हाँ जी, सत श्री अकाल गेम चेंजर्स ਸਕਸੈਸ ਦਾ ਰਾਹ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਸਭ ਤੋਂ ਪਹਿਲਾਂ ਇੱਕ ਗੁੱਡ ਨਿਊਜ਼, ਤੁਹਾਡੇ ਸਭ ਦੇ ਪਿਆਰ ਤੇ ਸਪੋਰਟ ਦਾ ਸਦਕਾ ਆਪਣੇ ਚੈਨਲ ਸਕਸੈਸ ਦਾ ਰਾਹ ਨੇ 10,000 ਸਬਸਕ੍ਰਾਈਬਰ ਦੇ ਮਾਈਲਸਟੋਨ ਨੂੰ ਪਾਰ ਕਰ ਲਿਆ ਹੈ। ਇਸ ਦੇ ਲਈ ਆਪ ਸਭ ਦਾ ਦਿਲ ਦੀਆਂ ਗਹਿਰਾਈਆਂ ਨਾਲ ਬਹੁਤ-ਬਹੁਤ ਧੰਨਵਾਦ। ਤੇ ਜੇ ਤੁਸੀਂ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਸੀਂ ਬਹੁਤ ਕੁਝ ਮਿਸ ਕਰ ਰਹੇ ਹੋ। ਹਾਂਜੀ, ਬਿਲਕੁਲ ਠੀਕ ਪੜਿਆ ਤੁਸੀਂ ਥੰਬਨੇਲ ਵਿੱਚ। ਅੱਜ ਗੱਲ ਕਰਾਂਗੇ ਪਹਿਲੇ ਸਿੱਖ ਰਾਜ ਦੀ ਸਿਰਜਣਾ ਕਰਨ ਵਾਲੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ। ਜੇਕਰ ਕਾਲ ਚੱਕਰ ਵੱਲ ਵੇਖਿਆ ਜਾਵੇ ਤਾਂ ਸਮਾਂ ਬਹੁਤ ਹੀ ਥੋੜਾ ਲੱਗਦਾ ਹੈ, ਪਰ ਜੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਪ੍ਰਾਪਤੀਆਂ ਵੱਲ ਵੇਖਿਆ ਜਾਵੇ ਤਾਂ ਦੁਨੀਆ ਦੇ ਇਤਿਹਾਸ ਵਿੱਚ ਸ਼ਾਇਦ ਹੀ ਕੋਈ ਇਦਾਂ ਦਾ ਜਰਨੈਲ ਹੋਇਆ ਹੋਊਗਾ ਜੋ ਇੰਨੇ ਘੱਟ ਸਮੇਂ ਵਿੱਚ ਇੱਕ ਲਹਿਰ ਨੂੰ ਖੜਾ ਕਰਦਾ ਹੈ, ਉਸ ਲਹਿਰ ਨੂੰ ਪੂਰੇ ਸਿਖਰ ਤੱਕ ਲੈ ਕੇ ਜਾਂਦਾ ਹੈ, ਉਸ ਲਹਿਰ ਦਾ ਸਦਕਾ ਪਹਿਲੇ ਸਿੱਖ ਰਾਜ ਦੀ ਸਿਰਜਣਾ ਕਰਦਾ ਹੈ ਤੇ ਫਿਰ ਉਸੇ ਲਹਿਰ ਦੇ ਸਿਧਾਂਤਾਂ ਤੇ ਚੱਲਦਿਆਂ ਸ਼ਹੀਦੀ ਪਾ ਜਾਂਦਾ ਹੈ। ਇੰਨੇ ਥੋੜੇ ਸਮੇਂ ਵਿੱਚ ਏਸ਼ੀਆ ਦੇ ਸਭ ਤੋਂ ਵੱਡੇ ਰਾਜ ਦੀਆਂ ਜੜ੍ਹਾਂ ਪੁੱਟ ਦੇਣਾ, ਬਿਲਕੁਲ ਉਹਨਾਂ ਦੀ ਹਿੱਕ ਦੇ ਉੱਤੇ ਸਿੱਖ ਰਾਜ ਦਾ ਪਰਚਮ ਚਲਾ ਦੇਣਾ, ਸੱਚਮੁੱਚ ਇੱਕ ਹੈਰਾਨ ਕਰ ਦੇਣ ਵਾਲੀ ਗੱਲ ਹੈ। ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਜਿੰਨੇ ਵੀ ਸਿੱਕੇਬੰਦ ਸੋਰਸ ਯਾਨੀ ਕਿ ਐਥੈਂਟਿਕ ਮੈਨੂਸਕ੍ਰਿਪਟ ਸਾਨੂੰ ਮਿਲਦੀਆਂ ਹਨ, ਉਹ ਸਾਰੀਆਂ ਹੀ ਫਾਰਸੀ ਭਾਸ਼ਾ ਵਿੱਚ ਹਨ। ਬੇਸ਼ੱਕ ਫਾਰਸੀ ਭਾਸ਼ਾ ਵਿੱਚ ਲਿਖੀਆਂ ਲਿਖਤਾਂ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਬਾਰੇ ਕੁੱਤਾ, ਲਾਹਣਤੀ ਯਾਨੀ ਕਿ ਜਿੰਨੇ ਵੀ ਮਾੜੇ ਸ਼ਬਦ ਕਿਸੇ ਦੁਸ਼ਮਣ ਲਈ ਵਰਤੇ ਜਾ ਸਕਦੇ ਹਨ, ਖੁੱਲ੍ਹ ਕੇ ਵਰਤੇ ਗਏ ਹਨ। ਪਰ ਜੇ ਸਾਡੇ ਕੋਲ ਫਾਰਸੀ ਦੀਆਂ ਲਿਖਤਾਂ ਨਾ ਹੋਣ ਤਾਂ ਸਾਡੇ ਕੋਲ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਹੀ ਨਹੀਂ ਹੈ। ਜੇਕਰ ਸਾਨੂੰ ਇਤਿਹਾਸ ਦਾ ਕ੍ਰੋਨੋਗ੍ਰਾਫਿਕ ਫੇਸ ਯਾਨੀ ਕਿ ਤਰੀਕਬੱਧ ਇਤਿਹਾਸ ਚਾਹੀਦਾ ਹੈ ਤਾਂ ਸਾਨੂੰ ਮਜਬੂਰੀ ਵਿੱਚ ਫਾਰਸੀ ਲਿਖਤਾਂ ਵੱਲ ਜਾਣਾ ਹੀ ਪੈਂਦਾ ਹੈ। ਇਹਨਾਂ ਫਾਰਸੀ ਲਿਖਤਾਂ ਨੂੰ ਛਾਣ ਕੇ ਗੁਰਮੁਖੀ ਲਿਪੀ ਵਿੱਚ ਅਦਬ ਸਤਿਕਾਰ ਨਾਲ ਕੌਮ ਦੇ ਸਾਹਮਣੇ ਪੇਸ਼ ਕਰਨ ਦਾ ਮਾਣ ਪਦਮ ਵਿਭੂਸ਼ਣ ਸਨਮਾਨਿਤ ਡਾਕਟਰ ਗੰਡਾ ਸਿੰਘ ਜੀ ਹੁਣਾਂ ਨੂੰ ਜਾਂਦਾ ਹੈ। ਸੋ ਅੱਜ ਦੇ ਵੀਡੀਓ ਦਾ ਜ਼ਿਆਦਾਤਰ ਪਾਰਟ ਅਸੀਂ ਡਾਕਟਰ ਗੰਡਾ ਸਿੰਘ ਜੀ ਹੁਣਾਂ ਦੀ ਬੁੱਕ ਦਾ ਬੰਦਾ ਸਿੰਘ ਬਹਾਦਰ ਵਿੱਚੋਂ ਹੀ ਲਿਆ ਹੈ। ਨਾਲ ਹੀ ਇਤਿਹਾਸਿਕ ਤੱਥ ਥੋੜੇ ਹੋਰ ਜ਼ਿਆਦਾ ਕਲੀਅਰ ਕਰਨ ਲਈ ਅਸੀਂ ਉਸ ਸਮੇਂ ਦੇ ਸਰਕਾਰੀ ਦਸਤਾਵੇਜ਼ਾਂ ਨੂੰ ਅਤੇ ਕੁਝ ਫਾਰਸੀ ਲਿਖਤਾਂ ਨੂੰ ਵੀ ਸ਼ਾਮਿਲ ਕੀਤਾ ਹੈ, ਕਿਉਂਕਿ ਇਤਿਹਾਸ ਇੱਕ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਅਸੀਂ ਬਿਨਾਂ ਡਾਇਰੈਕਸ਼ਨ ਤੋਂ ਇੱਕ ਕਦਮ ਵੀ ਨਹੀਂ ਚੱਲ ਸਕਦੇ। ਕੁਝ ਟਾਈਮ ਪਹਿਲਾਂ ਰਿਲੀਜ਼ ਹੋਈ ਮੂਵੀ ਚਾਰ ਸਾਹਿਬਜ਼ਾਦੇ ਦਾ ਰਾਈਜ਼ ਆਫ ਬੰਦਾ ਸਿੰਘ ਬਹਾਦਰ ਆਈ ਥਿੰਕ ਤੁਸੀਂ ਸਭ ਨੇ ਦੇਖੀ ਹੋਣੀ ਹੈ, ਬਟ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਊਗੀ ਕਿ ਉਸ ਮੂਵੀ ਵਿੱਚ ਤਾਂ ਰਿਐਲਿਟੀ ਦਾ 50% ਵੀ ਨਹੀਂ ਦਿਖਾਇਆ ਗਿਆ। ਜੋ ਤਸੀਹੇ, ਜੋ ਖੂਨ ਖਰਾਬਾ ਉਸ ਸਮੇਂ ਬੰਦਾ ਸਿੰਘ ਬਹਾਦਰ ਤੇ ਸਿੱਖਾਂ ਨੇ ਆਪਣੇ ਸੀਨੇ ਤੇ ਝੇਲਿਆ ਸੀ, ਉਹਦੇ ਵਿੱਚੋਂ ਜ਼ਿਆਦਾਤਰ ਦਾ ਤਾਂ ਉਸ ਮੂਵੀ ਵਿੱਚ ਕਿਤੇ ਜ਼ਿਕਰ ਹੀ ਨਹੀਂ ਕੀਤਾ ਗਿਆ। ਸੋ ਅੱਜ ਇਸ ਵੀਡੀਓ ਵਿੱਚ ਅਸੀਂ ਬਾਬਾ ਬੰਦਾ ਸਿੰਘ ਜੀ ਬਹਾਦਰ ਹੋਣਾ ਦਾ ਰੀਅਲ ਇਤਿਹਾਸ ਦੇਖਾਂਗੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਜੁੜੇ ਪਹਿਲੇ ਵੱਡੇ ਵਾਕਿਏ ਨੂੰ ਦੇਖਣ ਲਈ ਆਪਾਂ ਚੱਲਦੇ ਹਾਂ 13 ਅਪ੍ਰੈਲ 1715 ਦੇ ਜੰਮੂ ਕਸ਼ਮੀਰ। ਮੁਸ਼ਕਿਲ ਹਾਲਾਤਾਂ ਨਾਲ ਲੜਦਿਆਂ ਬਾਬਾ ਬੰਦਾ ਸਿੰਘ ਬਹਾਦਰ ਅਤੇ ਉਹਨਾਂ ਦੇ 350 ਸਿੰਘ ਗੁਰਦਾਸ ਨੰਗਲ ਦੀ ਗੜੀ ਵਿੱਚ ਆ ਕੇ ਸ਼ਰਨ ਲੈਂਦੇ ਹਨ। ਉਧਰੋਂ ਮੁਗਲ ਰਾਜੇ ਵੀ ਇਹਨਾਂ ਦਾ ਪਿੱਛਾ ਕਰਦੇ ਹੋਏ 60,000 ਦੀ ਵੱਡੀ ਫੌਜ ਲੈ ਕੇ 13 ਅਪ੍ਰੈਲ 1715 ਨੂੰ ਆ ਕੇ ਗੜੀ ਨੂੰ ਚਾਰੇ ਪਾਸਿਓਂ ਘੇਰਾ ਪਾ ਲੈਂਦੇ ਹਨ। 13 ਅਪ੍ਰੈਲ 1715 ਨੂੰ ਗੜੀ ਨੂੰ ਚਾਰੇ ਪਾਸਿਓਂ ਪਿਆ ਘੇਰਾ ਨਵੰਬਰ 1715 ਤੱਕ ਚੱਲਦਾ ਹੈ। ਲਗਾਤਾਰ 7.5 ਮਹੀਨੇ ਤੱਕ ਅੰਦਰਬੰਦ ਸਿੱਖਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ। ਡਾਕਟਰ ਵਿਲੀਅਮ ਐਰਵਿਨ ਆਪਣੀ ਬੁੱਕ ਦਾ ਲੈਟਰ ਮੁਗਲਸ ਵਿੱਚ ਇੱਕ ਫਾਰਸੀ ਲਿਖਾਰੀ ਕਾਫੀ ਖਾਨ ਦੀ ਬੁੱਕ ਸਿਆਰੁਲ ਮਹਿਤਾਬਰੀਨ ਦਾ ਹਵਾਲਾ ਦੇ ਕੇ ਜੋ ਦੱਸਦਾ ਹੈ, ਉਹ ਪੜ੍ਹ ਕੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ। ਉਹ ਦੱਸਦੇ ਹੈ ਕਿ ਸਿੱਖਾਂ ਕੋਲ ਰਾਸ਼ਨ ਮੁੱਕ ਗਿਆ, ਉਹਨਾਂ ਰੁੱਖਾਂ ਦੇ ਪੱਤੇ ਖਾਧੇ, ਜਦੋਂ ਪੱਤੇ ਵੀ ਮੁੱਕ ਗਏ ਉਹਨਾਂ ਰੁੱਖਾਂ ਦੀਆਂ ਛਿੱਲਾਂ ਵੀ ਲਾ ਕੇ ਖਾ ਲੀਆਂ, ਜਦੋਂ ਛਿੱਲਾਂ ਵੀ ਮੁੱਕ ਗਈਆਂ ਉਹਨਾਂ ਗੜੀ ਦਾ ਘਾਹ ਵੀ ਵੱਢ ਕੇ ਖਾ ਲਿਆ, ਤੇ ਜਦੋਂ ਘਾਹ ਵੀ ਮੁੱਕ ਗਿਆ ਉਦੋਂ ਉਹਨਾਂ ਦੇ ਘੋੜੇ ਭੁੱਖ ਨਾਲ ਮਰ ਰਹੇ ਸਨ, ਉਹਨਾਂ ਘੋੜਿਆਂ ਦਾ ਮਾਸ ਵੀ ਲਾ ਕੇ ਖਾ ਲਿਆ। ਡਾਕਟਰ ਸੋਹਣ ਸਿੰਘ ਜੀ ਆਪਣੀ ਬੁੱਕ ਬੰਦਾ ਦਾ ਬਰੇਵ ਵਿੱਚ ਇੱਕ ਮੁਸਲਿਮ ਇਤਿਹਾਸਕਾਰ ਦਾ ਹਵਾਲਾ ਦੇ ਕੇ ਇੱਕ ਘਟਨਾ ਬਿਆਨ ਕਰਦੇ ਹਨ। ਉਹ ਦੱਸਦੇ ਹੈ ਕਿ ਮੈਂ ਭੁੱਖ ਨਾਲ ਮਰ ਰਹੇ ਸਿੱਖਾਂ ਵਿੱਚ ਵੀ ਬੇਹਿਸਾਬ ਪਿਆਰ ਵੇਖਿਆ। ਇੱਕ ਸਿੱਖ ਪੇਚਿਸ਼ ਨਾਲ ਬਿਮਾਰ ਪਿਆ ਆਪਣੇ ਅੰਤਮ ਸਾਹ ਗਿਣ ਰਿਹਾ ਹੈ। ਕੋਲੋਂ ਲੰਘਦੇ ਦੂਸਰੇ ਸਿੱਖ ਬਾਦ ਸਿੰਘ ਨੂੰ ਆਵਾਜ਼ ਮਾਰ ਕੇ ਕਹਿੰਦਾ ਹੈ, ਬਾਦ ਸਿੰਘ ਜੀ ਮੇਰੇ ਕੋਲ ਤਾਂ ਹੁਣ ਬਹੁਤ ਘੱਟ ਟਾਈਮ ਬਚਿਆ ਹੈ, ਪਰ ਆਪਾਂ ਨੂੰ ਇਹ ਲੜਾਈ ਬੜੀ ਲੰਮੀ ਲੜਨੀ ਪੈਣੀ ਹੈ। ਤੁਸੀਂ ਮੇਰੇ ਪੱਟ ਦਾ ਮਾਸ ਲਾ ਕੇ ਖਾ ਲਓ, ਘੱਟੋ ਘੱਟ ਤੁਸੀਂ ਤਾਂ ਲੜ ਸਕੋਗੇ। ਇਹ ਗੱਲ ਨੋਟ ਕਰਨ ਵਾਲੀ ਹੈ ਕਿ ਭੁੱਖ ਨਾਲ ਮਰ ਰਹੇ ਸਿੱਖਾਂ ਵਿੱਚ ਵੀ ਉਸ ਟਾਈਮ ਇੰਨਾ ਪਿਆਰ ਸੀ, ਤੇ ਅੱਜ ਕੱਲ੍ਹ ਅਸੀਂ ਲੰਗਰ ਲਈ ਵੀ ਗੁਰਦੁਆਰਾ ਸਾਹਿਬ ਵਿੱਚ ਲੜ ਪੈਂਦੇ ਹਾਂ। ਗੜੀ ਦੇ ਅੰਦਰ ਦੇ ਹਾਲਾਤ ਟਾਈਮ ਲੰਘਣ ਦੇ ਨਾਲ ਹੋਰ ਜ਼ਿਆਦਾ ਬੱਤਰ ਹੁੰਦੇ ਜਾਂਦੇ ਹਨ। ਪਿਛਲੇ 4-5 ਮਹੀਨਿਆਂ ਤੋਂ ਕਿਸੇ ਵੀ ਸਿੰਘ ਨੇ ਅੰਨ ਦਾ ਇੱਕ ਵੀ ਦਾਣਾ ਨਹੀਂ ਖਾਧਾ। ਜੋ ਸਿੰਘ ਭੁੱਖ ਤੇ ਬਿਮਾਰੀਆਂ ਨਾਲ ਸ਼ਹੀਦ ਹੋ ਚੁੱਕੇ ਹਨ, ਉਹਨਾਂ ਦੇ ਸੰਸਕਾਰ ਦਾ ਵੀ ਕੋਈ ਇੰਤਜ਼ਾਮ ਨਹੀਂ ਹੈ ਤੇ ਉਹਨਾਂ ਦੀਆਂ ਲਾਸ਼ਾਂ ਸੜ ਰਹੀਆਂ ਹਨ। ਮਰੇ ਹੋਏ ਘੋੜਿਆਂ ਦੀਆਂ ਲਾਸ਼ਾਂ ਵੀ ਸੜ ਰਹੀਆਂ ਹਨ।
ਜਿਸ ਕਾਰਨ ਗੜੀ ਬਰਦਾਸ਼ਤ ਨਾ ਹੋ ਸਕਣ ਵਾਲੀ ਸਮੈਲ ਨਾਲ ਭਰੀ ਹੋਈ ਹੈ। ਕਈ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਫੈਲ ਗਈਆਂ ਹਨ। ਇਸ ਲਈ ਫਿਰ ਆਖਿਰਕਾਰ 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਗੜੀ ਦਾ ਦਰਵਾਜ਼ਾ ਖੁਲਵਾ ਦਿੰਦੇ ਹਨ। ਕੁਝ ਸਿੰਘ ਥੋੜਾ ਬਹੁਤ ਮੁਕਾਬਲਾ ਕਰਦੇ ਹਨ, ਪਰ ਮੁਗਲਾਂ ਸਾਹਮਣੇ ਉਹਨਾਂ ਦੀ ਪੇਸ਼ ਨਹੀਂ ਜਾਂਦੀ ਤੇ ਮੁਗਲ ਫੌਜ ਅੰਦਰ ਆ ਕੇ ਭੁੱਖ ਨਾਲ ਬੇਹੋਸ਼ੀ ਦੀ ਹਾਲਤ ਵਿੱਚ ਪਏ ਸਿੰਘਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ। ਇੱਕ ਗੱਲ ਹੋਰ, ਅੱਜ ਕੱਲ ਸਿੱਖਾਂ ਨੂੰ ਪਤਾ ਨਹੀਂ ਕੀ ਹੁੰਦਾ ਜਾ ਰਿਹਾ ਹੈ। ਜਿਨ੍ਹਾਂ ਸੂਰਮਿਆਂ, ਜਿਨ੍ਹਾਂ ਗ੍ਰੰਥਾਂ ਦੇ ਆਪਾਂ ਚਰਨਾਂ ਦੀ ਧੂੜ ਬਰਾਬਰ ਵੀ ਨਹੀਂ ਹਾਂ, ਲੋਕ ਉਹਨਾਂ ਤੇ ਵੀ ਸਵਾਲ ਜਵਾਬ ਕਰਨ ਤੋਂ ਨਹੀਂ ਹਟਦੇ। ਕੁਝ ਨੀਚ ਲੋਕ ਗੁਰੂ ਗੋਬਿੰਦ ਸਿੰਘ ਜੀ ਦੇ ਲਿਖੇ 10ਮ ਗ੍ਰੰਥ ਤੇ ਕਿੰਤੂ ਪਰੰਤੂ ਕਰਦੇ ਹਨ ਅਤੇ ਪਿੱਛੇ ਜੇ ਇੱਕ ਕਥਾਕਾਰ ਨੇ ਸਟੇਜ ਤੇ ਬਹਿ ਕੇ ਬੰਦਾ ਸਿੰਘ ਬਹਾਦਰ ਤੇ ਵੀ ਕਈ ਤੋਹਮਤਾਂ ਲਾਈਆਂ ਕਿ ਜੇ 40 ਸਿੰਘ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋ ਸਕਦੇ ਸਨ ਤਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਇੱਥੇ ਲੜ ਕੇ ਸ਼ਹੀਦ ਹੋ ਜਾਣਾ ਚਾਹੀਦਾ ਸੀ। ਬੰਦਾ ਸਿੰਘ ਨੇ ਮੌਤ ਤੋਂ ਡਰਦਿਆਂ ਗੜੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਪਰ ਜੇ ਉਹ ਲੋਕ ਇਹ ਗੱਲ ਕਰਨ ਤੋਂ ਪਹਿਲਾਂ ਆਪਣੀ ਬੁੱਧੀ ਤੇ ਆਪਣੀ ਰਿਸਰਚ ਤੇ ਥੋੜਾ ਜਿਹਾ ਜ਼ੋਰ ਪਾਉਂਦੇ ਤਾਂ ਸ਼ਾਇਦ ਉਹ ਇਹ ਗੱਲ ਨਾ ਹੀ ਕਰਦੇ, ਕਿਉਂਕਿ ਚਮਕੌਰ ਦੀ ਗੜੀ ਤੇ ਗੁਰਦਾਸ ਨੰਗਲ ਦੀ ਗੜੀ ਦੀਆਂ ਭੂਗੋਲਿਕ ਸਥਿਤੀਆਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਚਮਕੌਰ ਦੀ ਗੜੀ ਦਾ ਦਾਇਰਾ ਬਹੁਤ ਛੋਟਾ ਸੀ, ਪਰ ਗੁਰਦਾਸ ਨੰਗਲ ਦੀ ਗੜੀ ਦਾ ਦਾਇਰਾ ਬਹੁਤ ਵੱਡਾ ਸੀ। ਚਮਕੌਰ ਦੀ ਗੜੀ ਵਿੱਚ ਫੌਜ ਨੂੰ ਸਾਫ਼-ਸਾਫ਼ ਹੁਕਮ ਸੀ, ਕਸੇ ਹਰ ਕੇ ਕੋਲੇ ਕੁਰਾਂ ਬਾਏ ਦਸ਼ ਨਾ ਕੁਸ਼ਤਨੋ ਕਸ਼ਤਨੋ ਬਾਏ ਦਸ਼, ਯਾਨੀ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਸਿੰਘਾਂ ਨੂੰ ਕਿਵੇਂ ਵੀ ਹੋ ਸਕੇ ਖਤਮ ਕਰਨਾ ਹੈ। ਪਰ ਗੁਰਦਾਸ ਨੰਗਲ ਦੀ ਗੜੀ ਵਿੱਚ ਉਹ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਕੇ ਝੁਕਾਉਣਾ ਚਾਹੁੰਦੇ ਸੀ। ਗੁਰਦਾਸ ਨੰਗਲ ਦੀ ਗੜੀ ਦਾ ਦਾਇਰਾ ਵੱਡਾ ਹੋਣ ਕਰਕੇ ਉੱਥੇ ਸਿਰਫ ਤੀਰਾਂ ਤੇ ਗੋਲੀਆਂ ਨਾਲ ਹੀ ਲੜਿਆ ਜਾ ਸਕਦਾ ਸੀ। ਉਦੋਂ ਦੇ ਸਰਕਾਰੀ ਕਾਗਜ਼ਾਂ ਵਿੱਚ ਜੋ ਹਥਿਆਰਾਂ ਦੀ ਬਰਾਮਦਗੀ ਦਿਖਾਈ ਗਈ ਹੈ ਉਹ ਇਸ ਤਰ੍ਹਾਂ ਹੈ: 117 ਤੀਰ ਕਮਾਨ, ਤੀਰ ਇੱਕ ਵੀ ਨਹੀਂ, 208 ਬੰਦੂਕਾਂ, ਗੋਲੀ ਇੱਕ ਵੀ ਨਹੀਂ, 117 ਖੁੰਦੀਆਂ ਹੋਈਆਂ ਕਿਰਪਾਨਾਂ, 208 ਢਾਲ ਅਤੇ 350 ਗਾਤਰੇ ਵਾਲੀਆਂ ਕਿਰਪਾਨਾਂ। ਤੇ ਇਹ ਹੁਣ ਤੁਸੀਂ ਦੱਸੋ ਕਿ ਜਿੱਥੇ ਦੂਰ ਤੋਂ ਮਾਰ ਕਰਨ ਵਾਲੇ ਹਥਿਆਰਾਂ ਨਾਲ ਲੜਿਆ ਜਾਣਾ ਸੀ, ਉੱਥੇ ਬਾਬਾ ਬੰਦਾ ਸਿੰਘ ਜੀ ਹੁਣੀ ਬਿਨਾਂ ਤੀਰ ਤੇ ਗੋਲੀਆਂ ਤੋਂ ਕਿਵੇਂ ਲੜ ਸਕਦੇ ਸੀ? ਤੇ ਜਦੋਂ ਸਰੈਂਡਰ ਕਰਨ ਵਾਲਾ ਨਿਹੱਤਾ ਹੁੰਦਾ ਹੈ ਉਦੋਂ ਸਾਹਮਣੇ ਵਾਲਾ ਇਹ ਤੈਅ ਕਰਦਾ ਹੈ ਕਿ ਕਤਲ ਕਰਨਾ ਹੈ ਜਾਂ ਗ੍ਰਿਫਤਾਰ ਕਰਨਾ ਹੈ। ਉਸ ਤੋਂ ਬਾਅਦ ਉਹਨਾਂ ਨੂੰ ਕਿਸ ਤਰ੍ਹਾਂ ਗ੍ਰਿਫਤਾਰ ਕਰਕੇ ਦਿੱਲੀ ਲਿਜਾਇਆ ਗਿਆ ਤੇ ਉੱਥੇ ਲਿਜਾ ਕੇ ਕਿਸ ਤਰ੍ਹਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਪੂਰੇ ਮਨੁੱਖ ਇਤਿਹਾਸ ਦਾ ਸਭ ਤੋਂ ਡਰਾਉਣਾ ਤੇ ਭਿਆਨਕ ਮੰਜ਼ਰ ਸੀ, ਜਿਸ ਨੂੰ ਉਸ ਮੂਵੀ ਵਿੱਚ ਤਾਂ ਬਹੁਤ ਜ਼ਿਆਦਾ ਘੱਟ ਕਰਕੇ ਦਿਖਾਇਆ ਗਿਆ ਹੈ। ਆਪਾਂ ਉਸ ਨੂੰ ਵੀ ਡਿਟੇਲ ਨਾਲ ਦੇਖਾਂਗੇ, ਪਰ ਪਹਿਲਾਂ ਚੱਲਦੇ ਹਾਂ ਜੰਗੇ ਮੈਦਾਨ ਵਿੱਚ ਤੇ ਦੇਖਦੇ ਹਾਂ ਬੰਦਾ ਸਿੰਘ ਬਹਾਦਰ ਦੀ ਯੁੱਧ ਨੀਤੀ ਤੇ ਕੁਝ ਵੱਡੀਆਂ ਜੰਗੀ ਜਿੱਤਾਂ। ਕੁਝ ਛੋਟੀਆਂ ਜਿੱਤਾਂ ਨਾਲ ਆਪਣੀ ਨੀਂਹ ਮਜ਼ਬੂਤ ਕਰਨ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਪਹਿਲਾ ਵੱਡਾ ਨਿਸ਼ਾਨਾ ਸਮਾਣੇ ਨੂੰ ਮਿੱਥਿਆ। ਉਸ ਦਾ ਮੇਨ ਕਾਰਨ ਇਹ ਸੀ ਕਿ ਸਮਾਣੇ ਦੇ ਘਰਾਣੇ ਬਹੁਤ ਜ਼ਿਆਦਾ ਅਮੀਰ ਤੇ ਸਿੱਧੀ ਰਾਜਨੀਤਿਕ ਪਹੁੰਚ ਵਾਲੇ ਸੀ। ਉਹਨਾਂ ਦੀ ਪਹੁੰਚ ਦਾ ਅੰਦਾਜ਼ਾ ਸਿਰਫ ਇਸੇ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਸਮਾਣੇ ਦੇ 22 ਰਾਜਸੀ ਘਰਾਣਿਆਂ ਨੂੰ ਦਿੱਲੀ ਹਕੂਮਤ ਵੱਲੋਂ ਆਪਣੀ ਪਾਲਕੀ ਤੇ ਅੰਗਰੱਖਕ ਰੱਖਣ ਦਾ ਅਧਿਕਾਰ ਦਿੱਤਾ ਗਿਆ ਸੀ। ਯਾਨੀ ਕਿ ਜੇ ਅੱਜ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇੱਕੋ ਸ਼ਹਿਰ ਦੇ 22 ਪਰਿਵਾਰਾਂ ਨੂੰ ਸਰਕਾਰ ਵੱਲੋਂ ਜ਼ੈਡ ਸਿਕਿਉਰਿਟੀ ਦਿੱਤੀ ਗਈ ਸੀ। ਹੁਣ ਇਹ ਸਵਾਲ ਉੱਠਣਾ ਵੀ ਲਾਜ਼ਮੀ ਹੈ ਕਿ ਇੰਨੀ ਸਪੈਸ਼ਲ ਫੈਸਿਲਿਟੀਜ਼ ਦੇਣ ਦਾ ਕਾਰਨ ਕੀ ਸੀ? ਅਸਲ ਵਿੱਚ ਸਮਾਣਾ ਸੈਯਦ ਮੁਸਲਮਾਨਾਂ ਦਾ ਸ਼ਹਿਰ ਸੀ। ਸੈਯਦ ਮੁਸਲਮਾਨ ਆਪਣੇ ਆਪ ਨੂੰ ਮੁਹੰਮਦ ਸਾਹਿਬ ਦੀ ਬੇਟੀ ਹਜ਼ਰਤ ਫਾਤਿਮਾ ਦੇ ਪਰਿਵਾਰ ਨਾਲ ਜੋੜ ਕੇ ਵੇਖਦੇ ਹਨ ਤੇ ਇਸਲਾਮ ਦੀ ਰਾਜ ਪ੍ਰਣਾਲੀ ਦੇ ਅਨੁਸਾਰ ਦੋ ਤਰ੍ਹਾਂ ਦੇ ਜਲਾਦਾਂ ਦਾ ਜ਼ਿਕਰ ਮਿਲਦਾ ਹੈ। ਇੱਕ ਹੁੰਦੇ ਹਨ ਆਮ ਜਲਾਦ, ਜੋ ਆਮ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦਿੰਦੇ ਹਨ, ਤੇ ਦੂਸਰੇ ਹੁੰਦੇ ਹਨ ਸੈਯਦ ਜਲਾਦ। ਸੈਯਦ ਜਲਾਦ ਇੱਕ ਉੱਚੇ ਅਹੁਦੇ ਦਾ ਧਾਰਮਿਕ ਵਿਅਕਤੀ ਹੁੰਦਾ ਹੈ, ਜਿਸ ਨੂੰ ਇਹ ਅਧਿਕਾਰ ਹੁੰਦਾ ਹੈ ਕਿ ਜੇ ਕਤਲ ਹੋਣ ਵਾਲਾ ਕੈਦੀ ਮਾਫੀ ਮੰਗ ਕੇ ਇਸਲਾਮ ਵਿੱਚ ਸ਼ਾਮਿਲ ਹੋਣਾ ਚਾਹਵੇ ਤਾਂ ਸੈਯਦ ਜਲਾਦ ਉਸ ਨੂੰ ਕਲਮਾ ਪੜ੍ਹ ਕੇ ਇਸਲਾਮ ਵਿੱਚ ਲਿਆ ਸਕਦਾ ਹੈ। ਇਸੇ ਲਈ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਵਾਲਾ ਜਲਾਦ ਸੈਯਦ ਜਲਾਲੂਦੀਨ, ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਸ਼ਾਸਨ ਬੇਗ ਤੇ ਬਾਸ਼ਨ ਬੇਗ, ਤੇ ਅਨੰਦਪੁਰ ਸਾਹਿਬ ਜਾ ਕੇ ਔਰੰਗਜ਼ੇਬ ਵੱਲੋਂ ਝੂਠੀ ਕਸਮ ਖਾਣ ਵਾਲਾ ਕਾਜੀ, ਇਹ ਸਾਰੇ ਸਮਾਣੇ ਦੇ ਹੀ ਰਹਿਣ ਵਾਲੇ ਸੀ। ਇੱਕ ਤਾਂ ਇਹਨਾਂ ਦਾ ਅਹੁਦਾ ਸਮਾਜ ਵਿੱਚ ਬੜਾ ਉੱਚਾ ਸੀ, ਦੂਜਾ ਜਲਾਦਾਂ ਤੋਂ ਲੋਕੀ ਵੈਸੇ ਹੀ ਦੁਖੀ ਰਹਿੰਦੇ ਸਨ, ਇਸ ਲਈ ਇਹਨਾਂ ਨੂੰ ਇੰਨੀ ਟਾਈਟ ਸਿਕਿਉਰਿਟੀ ਦਿੱਤੀ ਗਈ ਸੀ। ਇਸ ਲਈ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣੇ ਨੂੰ ਚੁਣਿਆ, ਕਿਉਂਕਿ ਸਮਾਣੇ ਵਿੱਚ ਵੱਜੇ ਜਿੱਤ ਦੇ ਨਗਾੜੇ ਦੀ ਆਵਾਜ਼ ਸਰਹੰਦ ਤੋਂ ਲੈ ਕੇ ਦਿੱਲੀ ਤੱਕ ਗੂੰਜਣੀ ਸੀ। ਬੰਦਾ ਸਿੰਘ ਬਹਾਦਰ ਨੇ ਬੜੀ ਵੱਡੀ ਤਿਆਰੀ ਖਿੱਚ ਕੇ ਸਮਾਣੇ ਤੇ ਹਮਲਾ ਕੀਤਾ, ਪਰ ਸਮਾਣੇ ਦੀ ਫੌਜ ਨੇ ਅੰਦਾਜ਼ੇ ਦੇ ਅਨੁਸਾਰ ਜੰਗ ਨਹੀਂ ਲੜੀ ਤੇ ਬਹੁਤ ਛੇਤੀ ਅਧੀਨਗੀ ਸਵੀਕਾਰ ਕਰ ਲਈ। ਹੁਣ ਬਾਬਾ ਬੰਦਾ ਸਿੰਘ ਬਹਾਦਰ ਦਾ ਅਗਲਾ ਨਿਸ਼ਾਨਾ ਸਰਹੰਦ ਸੀ, ਜਿੱਥੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ। ਸਰਹੰਦ ਦਾ ਪ੍ਰਭਾਵ ਦਿੱਲੀ ਤੇ ਸਮਾਣੇ ਤੋਂ ਵੀ ਕਈ ਗੁਣਾ ਵੱਧ ਸੀ, ਕਿਉਂਕਿ ਇਹ ਉਸ ਸਮੇਂ ਦਾ ਇੱਕ ਬਹੁਤ ਵੱਡਾ ਵਪਾਰਿਕ ਨਗਰ ਸੀ, ਜੋ ਦਿੱਲੀ ਰਾਜ ਦੀ ਕਮਾਈ ਦਾ ਇੱਕ ਵੱਡਾ ਜ਼ਰੀਆ ਸੀ।
ਕਿਹਾ ਜਾਂਦਾ ਸੀ ਕਿ ਜੇ ਸਮਾਣੇ ਦਾ ਸਿਰ ਪੀੜ ਹੋਵੇ ਤਾਂ ਦਿੱਲੀ ਨੂੰ ਬੁਖਾਰ ਚੜ ਜਾਂਦਾ ਸੀ। ਸਰਹੰਦ ਦੇ ਹਾਕਮ ਵਜ਼ੀਰ ਖਾਨ ਕੋਲ ਬਾਬਾ ਬੰਦਾ ਸਿੰਘ ਬਹਾਦਰ ਤੋਂ ਕਈ ਗੁਣਾ ਵੱਡੀ ਫੌਜ, ਲਾਮ ਲਸ਼ਕਰ ਤੇ ਹਥਿਆਰ ਸੀ। ਫਿਰ ਵੀ ਸ਼ਾਨਦਾਰ ਯੁੱਧ ਨੀਤੀ ਦੇ ਦਮ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸ ਤਰ੍ਹਾਂ ਵਜ਼ੀਰ ਖਾਨ ਨੂੰ ਮਾਤ ਦਿੱਤੀ। ਸਿੰਘਾਂ ਦੀ ਸਮਾਣੇ ਵਿੱਚ ਜਿੱਤ ਦੇ ਦੋ ਵੱਡੇ ਕਾਰਨ ਜੋ ਇਤਿਹਾਸਕਾਰਾਂ ਦੀ ਸਮਝ ਵਿੱਚ ਆਉਂਦੇ ਹਨ ਉਹ ਇਸ ਤਰ੍ਹਾਂ ਹਨ। ਜਦੋਂ ਯੁੱਧ ਨੀਤੀਆਂ ਦੀ ਗੱਲ ਚੱਲਦੀ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਇੱਕ ਯੁੱਧ ਨੀਤੀ ਹਰ ਇਤਿਹਾਸਕਾਰ ਨੂੰ ਲਿਖਣੀ ਪੈਂਦੀ ਹੈ ਤੇ ਉਹੀ ਗੁਰ ਨੰਦੇੜ ਤੋਂ ਚੱਲਦੇ ਸਮੇਂ ਦਸਮ ਪਿਤਾ ਨੇ ਬੰਦਾ ਸਿੰਘ ਬਹਾਦਰ ਨੂੰ ਵੀ ਸਿਖਾਇਆ ਸੀ ਕਿ ਹਮੇਸ਼ਾ ਜੰਗੇ ਮੈਦਾਨ ਦੀ ਚੋਣ। ਇਸੇ ਲਈ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਿੱਧਾ ਸਰਹੰਦ ਸ਼ਹਿਰ ਤੇ ਹਮਲਾ ਕਰਨ ਦੀ ਥਾਂ ਚੱਪੜਚਿੜੀ ਦੇ ਮੈਦਾਨ ਨੂੰ ਜੰਗ ਦੇ ਲਈ ਚੁਣਿਆ ਤੇ ਉੱਥੇ ਜਾ ਕੇ ਆਪਣੀ ਫੌਜ ਦਾ ਪੜਾਅ ਲਗਾਇਆ। ਦ ਲੇਟਰ ਮੁਗਲਸ ਬੁੱਕ ਦੇ ਅਕੋਰਡਿੰਗ ਇਸ ਮੈਦਾਨ ਦਾ ਪਹਿਲਾ ਨਾਮ ਛੱਪੜਚਿੜੀ ਸੀ। ਛੱਪੜ ਯਾਨੀ ਕਿ ਪਾਣੀ ਦਾ ਤਲਾਬ ਤੇ ਚਿੜੀ ਯਾਨੀ ਕਿ ਦਰਖਤਾਂ ਦਾ ਸਮੂਹ, ਜੋ ਕਿ ਹੌਲੀ ਹੌਲੀ ਨਾਮ ਬਦਲ ਕੇ ਚੱਪੜਚਿੜੀ ਹੋ ਗਿਆ। ਜੰਗੇ ਮੈਦਾਨ ਵਿੱਚ ਪਹਿਲਾਂ ਪਹੁੰਚਣ ਦੇ ਕਾਰਨ ਬਾਬਾ ਬੰਦਾ ਸਿੰਘ ਬਹਾਦਰ ਨੇ ਜਗ੍ਹਾ ਵੀ ਆਪਣੇ ਅਨੁਸਾਰ ਚੁਣੀ ਤੇ ਪਾਣੀ ਦੇ ਸੋਰਸ ਨੂੰ ਵੀ ਆਪਣੇ ਅਧਿਕਾਰ ਵਿੱਚ ਲੈ ਲਿਆ, ਜਿਸ ਕਾਰਨ ਮੁਗਲ ਫੌਜ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਬੈਕਫੁੱਟ ਤੇ ਆ ਗਈ। ਦੂਸਰਾ ਵੱਡਾ ਕਾਰਨ ਜੇ ਤੁਸੀਂ ਕਦੀ ਨੋਟ ਕੀਤਾ ਹੋਵੇ ਤਾਂ ਸਿੱਖਾਂ ਨੇ ਕਦੀ ਕਿਸੇ ਵੀ ਜੰਗ ਵਿੱਚ ਹਾਥੀਆਂ ਦੀ, ਵਾਰ ਐਲੀਫੈਂਟਸ ਦੀ ਵਰਤੋਂ ਨਹੀਂ ਕੀਤੀ। ਡਾਕਟਰ ਸੁਰਿੰਦਰ ਸਿੰਘ ਜੀ ਦੀ ਲਿਖੀ ਹੋਈ ਹਿਸਟਰੀ ਦੀ ਇੱਕ ਬੜੀ ਮਸ਼ਹੂਰ ਬੁੱਕ ਹੈ ਹਿੰਦੂ ਇਤਿਹਾਸ ਹਾरों की दास्तान। ਇਸ ਬੁੱਕ ਵਿੱਚ ਹਿੰਦੁਸਤਾਨ ਦੀਆਂ ਕਈ ਵੱਡੀਆਂ ਜੰਗਾਂ ਵਿੱਚ ਹਾਰ ਦਾ ਕਾਰਨ ਚਿਤਰੰਗਣੀ ਫੌਜ ਨੂੰ ਦੱਸਿਆ ਗਿਆ ਹੈ। ਚਿਤਰੰਗਣੀ ਫੌਜ ਉਹ ਹੁੰਦੀ ਹੈ ਜਿਸ ਵਿੱਚ ਸਭ ਤੋਂ ਅੱਗੇ ਹਾਥੀਆਂ ਦੀ ਪਾਲ ਰੱਖੀ ਜਾਂਦੀ ਹੈ ਤੇ ਜਦੋਂ ਸਾਹਮਣੇ ਦੁਸ਼ਮਣ ਫੌਜ ਦੀਆਂ ਤੋਪਾਂ ਚੱਲਦੀਆਂ ਹਨ ਤਾਂ ਤੋਪਾਂ ਦੀ ਆਵਾਜ਼ ਤੇ ਗੋਲਿਆਂ ਤੋਂ ਡਰਦੇ ਹਾਥੀ ਆਪਣੀ ਫੌਜ ਨੂੰ ਮਿੱਧਦੇ ਹੋਏ ਵਾਪਸ ਭੱਜ ਜਾਂਦੇ ਹਨ। ਪਰ ਇਹ ਬੁੱਕ ਤਾਂ ਹੁਣੇ 10 ਕੁ ਸਾਲ ਪਹਿਲਾਂ ਹੀ ਪਬਲਿਸ਼ ਹੋਈ ਹੈ। ਤਾਂ ਸਿੱਖਾਂ ਨੇ ਇਹ ਯੁੱਧ ਨੀਤੀ ਕਿੱਥੋਂ ਸਿੱਖੀ? ਸਿੱਖਾਂ ਨੇ ਇਹ ਯੁੱਧ ਨੀਤੀ ਸਿੱਖੀ ਹੈ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ। ਗੁਰੂ ਨਾਨਕ ਸਾਹਿਬ ਨੇ ਇੱਕ ਜੰਗ ਵੇਖੀ ਸੀ ਬਾਬਰ ਤੇ ਲੋਧੀ ਸਰਦਾਰਾਂ ਦੀ ਤੇ ਉਸ ਦਾ ਨਿਚੋੜ ਗੁਰੂ ਸਾਹਿਬ ਨੇ ਇਸ ਤਰ੍ਹਾਂ ਕੱਢਿਆ ਹੈ। ਮੁਗਲ ਪਠਾਨਾ ਭਈ ਲੜਾਈ ਰਣ ਮੇ ਤੇਗ ਵਗਾਈ, ਜਦ ਇਹਨੇ ਤੁਪਕ ਤਾਣ ਚਲਾਈ ਉਹਨੇ ਹਸਤ ਚੜਾਈ। ਯਾਨੀ ਕਿ ਮੁਗਲ ਤੇ ਪਠਾਨਾਂ ਦੀ ਲੜਾਈ ਵਿੱਚ ਜਦੋਂ ਇੱਕ ਨੇ ਤੋਪਾਂ ਚਲਾਈਆਂ ਤਾਂ ਦੂਸਰੇ ਦੇ ਹਾਥੀ ਵਾਪਸ ਭੱਜ ਗਏ। ਤੇ ਆਓ ਹੁਣ ਚੱਲੀਏ ਚੱਪੜਚਿੜੀ ਦੇ ਮੈਦਾਨ ਵਿੱਚ ਤੇ ਵੇਖੀਏ ਕਿ ਸਿੰਘਾਂ ਨੇ ਬਿਨਾਂ ਤੋਪਾਂ ਤੋਂ ਕਿਸ ਤਰ੍ਹਾਂ ਇਸ ਯੁੱਧ ਨੀਤੀ ਦੀ ਵਰਤੋਂ ਕਰਕੇ ਆਪਣੀ ਸਭ ਤੋਂ ਵੱਡੀ ਜੰਗੀ ਜਿੱਤ ਹਾਸਿਲ ਕੀਤੀ, ਜਿਸ ਨੂੰ ਉਸ ਮੂਵੀ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਇਸ ਜੰਗ ਵਿੱਚ ਵਜ਼ੀਰ ਖਾਨ ਨੇ ਸਭ ਤੋਂ ਅੱਗੇ ਆਪਣੀਆਂ ਤੋਪਾਂ ਰੱਖੀਆਂ ਸੀ। ਤੋਪਾਂ ਤੋਂ ਬਾਅਦ ਉਸਨੇ ਆਪਣੇ ਵਾਰ ਐਲੀਫੈਂਟਸ ਨੂੰ ਤੈਨਾਤ ਕੀਤਾ ਸੀ ਤੇ ਹਾਥੀਆਂ ਦੇ ਪਿੱਛੇ ਜਿਹਾਦ ਦੇ ਨਾਮ ਤੇ ਇਕੱਠੀ ਕੀਤੀ ਗਈ 49,000 ਦੀ ਵਿਸ਼ਾਲ ਫੌਜ ਸੀ ਤੇ ਪੈਦਲ ਫੌਜ ਦੇ ਦੋਨੋਂ ਪਾਸੇ ਘੋੜਸਵਾਰ ਰੱਖੇ ਗਏ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਯੁੱਧ ਮੈਦਾਨ ਵਿੱਚ ਪਹਿਲਾਂ ਪਹੁੰਚਣ ਦਾ ਫਾਇਦਾ ਲੈਂਦੇ ਹੋਏ ਸਭ ਤੋਂ ਵਧੀਆ ਜਗ੍ਹਾ ਚੁਣੀ ਸੀ ਤੇ ਨੇੜੇ ਦੀਆਂ ਕੁਝ ਉੱਚੀਆਂ ਜਗ੍ਹਾ ਤੇ ਆਪਣੇ ਤੀਰਅੰਦਾਜ਼ ਤੈਨਾਤ ਕਰ ਦਿੱਤੇ ਸੀ, ਜਿਨ੍ਹਾਂ ਨੇ ਜੰਗ ਸ਼ੁਰੂ ਹੁੰਦਿਆਂ ਹੀ ਸਭ ਤੋਂ ਪਹਿਲਾਂ ਤੋਪਚੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਉਹਨਾਂ ਦੇ ਖਤਮ ਹੁੰਦਿਆਂ ਹੀ ਸਿੰਘਾਂ ਨੇ ਤੋਪਾਂ ਤੇ ਕਬਜ਼ਾ ਕਰ ਲਿਆ ਤੇ ਫਿਰ ਉਹੀ ਮੁਗਲੀ ਤੋਪਾਂ ਮੁਗਲ ਫੌਜ ਵੱਲ ਮੋੜ ਕੇ ਹਾਥੀਆਂ ਤੇ ਗੋਲੇ ਵਰਸਾਏ ਗਏ ਤੇ ਯੋਜਨਾ ਮੁਤਾਬਿਕ ਹਾਥੀ ਆਪਣੀ ਫੌਜ ਨੂੰ ਮਿੱਧਦੇ ਹੋਏ ਵਾਪਸ ਭੱਜ ਗਏ। ਪਰ ਮੁਗਲ ਘੋੜਸਵਾਰਾਂ ਨੇ ਬੜੇ ਹੀ ਵਧੀਆ ਤਰੀਕੇ ਨਾਲ ਮੁਕਾਬਲਾ ਕੀਤਾ। ਉਹਨਾਂ ਪੈਦਲ ਸੈਨਾ ਨਾਲ ਰਲ ਕੇ ਘੱਟ ਗਿਣਤੀ ਦੀ ਸਿੱਖਾਂ ਦੀ ਫੌਜ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ। ਬੰਦਾ ਸਿੰਘ ਬਹਾਦਰ ਨੇ ਆਪਣੀ ਫੌਜ ਦਾ 25% ਹਿੱਸਾ ਇੱਕ ਪਹਾੜੀ ਦੇ ਪਿੱਛੇ ਲੁਕੋ ਕੇ ਰਿਜ਼ਰਵ ਰੱਖਿਆ ਹੋਇਆ ਸੀ ਤੇ ਜਦੋਂ ਸਿੱਖਾਂ ਦੀ ਫੌਜ ਕਮਜ਼ੋਰ ਪੈਣ ਲੱਗੀ ਤਾਂ ਇਸ 25% ਫੌਜ ਨੇ ਮੈਦਾਨ ਵਿੱਚ ਧਾਵਾ ਬੋਲ ਕੇ ਮੁਗਲ ਸੈਨਾ ਵਿੱਚ ਭਗਦੜ ਪੈਦਾ ਕਰ ਦਿੱਤੀ। ਇਸੇ ਦੌਰਾਨ ਵਜ਼ੀਰ ਖਾਨ ਤੇ ਉਸਦੇ ਕੁਝ ਮੁੱਖ ਜਰਨੈਲ ਮਾਰੇ ਗਏ, ਜਿਸ ਕਾਰਨ ਮੁਗਲ ਫੌਜ ਦੇ ਪੈਰ ਉਖੜਨੇ ਸ਼ੁਰੂ ਹੋ ਗਏ ਤੇ ਉਹ ਵਾਪਸ ਭੱਜਣ ਲੱਗ ਪਏ ਤੇ ਸਿੰਘਾਂ ਨੇ ਸਰਹੰਦ ਨੂੰ ਫਤਿਹ ਕਰਕੇ ਆਪਣੀ ਸਭ ਤੋਂ ਵੱਡੀ ਜੰਗੀ ਜਿੱਤ ਹਾਸਿਲ ਕੀਤੀ। ਹੁਣ ਆਪਾਂ ਵਾਪਸ ਚੱਲਦੇ ਹਾਂ ਉਸੇ ਭਿਆਨਕ ਮੰਜ਼ਰ ਵੱਲ, ਜਿਸ ਦਾ ਜ਼ਿਕਰ ਮਾਤਰ ਹੀ ਕਿਸੇ ਦਾ ਵੀ ਦਿਲ ਦਹਿਲਾਉਣ ਲਈ ਕਾਫੀ ਹੈ। 15 ਦਸੰਬਰ 1715 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜੰਮੂ ਦਾ ਹਾਕਮ ਦਿੱਲੀ ਵੱਲ ਇੱਕ ਚਿੱਠੀ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਫੜ ਲਿਆ ਗਿਆ ਹੈ, ਹੁਣ ਇਸ ਦਾ ਕੀ ਕੀਤਾ ਜਾਵੇ। ਜਿੱਥੇ ਫੜਿਆ ਹੈ ਉੱਥੇ ਹੀ ਕਤਲ ਕਰ ਦਿੱਤਾ ਜਾਵੇ ਕਿ ਦਿੱਲੀ ਲਿਆ ਕੇ ਕਤਲ ਕੀਤਾ ਜਾਵੇ। ਜਦੋਂ ਦਿੱਲੀ ਦੇ ਬਾਦਸ਼ਾਹ ਫਰਖਸ਼ੀਰ ਨੂੰ ਇਹ ਖਬਰ ਮਿਲਦੀ ਹੈ ਕਿ ਉਸ ਦਾ ਸਭ ਤੋਂ ਵੱਡਾ ਦੁਸ਼ਮਣ ਫੜਿਆ ਗਿਆ ਹੈ ਤਾਂ ਉਹ ਖੁਸ਼ ਹੋ ਕੇ ਹਾਥੀ ਤੇ ਬਹਿ ਕੇ ਦਿੱਲੀ ਦੇ ਬਾਜ਼ਾਰਾਂ ਵਿੱਚ ਸੋਨੇ ਦੇ ਸਿੱਕਿਆਂ ਦੀ ਵਰਖਾ ਕਰਦਾ ਹੈ ਅਤੇ ਅੱਲਾ ਦਾ ਸ਼ੁਕਰ ਕਰਨ ਲਈ ਉਸ ਦਿਨ 2 ਨਮਾਜ਼ਾਂ ਵੱਧ ਪੜ੍ਹਦਾ ਹੈ। ਵਾਪਸ ਸੁਨੇਹਾ ਭੇਜਦਾ ਹੈ ਕਿ ਬੰਦਾ ਸਿੰਘ ਬਹਾਦਰ ਨੂੰ ਤੁਰੰਤ ਦਿੱਲੀ ਪੇਸ਼ ਕੀਤਾ ਜਾਵੇ। ਸੋ ਹੁਕਮਾਂ ਅਨੁਸਾਰ ਬਾਬਾ ਬੰਦਾ ਸਿੰਘ ਬਹਾਦਰ ਤੇ 350 ਸਿੰਘਾਂ ਨੂੰ ਸਰਹੰਦ ਦੇ ਰਾਹ ਦਿੱਲੀ ਲਿਜਾਣ ਦਾ ਸਫ਼ਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਪਰ ਜਦੋਂ ਇਹ ਕਾਫਲਾ ਸਰਹੰਦ ਪਹੁੰਚਦਾ ਹੈ ਤਾਂ ਸਰਹੰਦ ਦਾ ਹਾਕਮ ਕਮਰੂਦੀਨ ਮੀਰ ਆਤਸ਼ ਜੰਮੂ ਦੇ ਹਾਕਮ ਜ਼ਕਰੀਆ ਖਾਨ ਨੂੰ ਕਹਿੰਦਾ ਹੈ ਕਿ ਭਾਵੇਂ ਤੂੰ ਫਰਖਸ਼ੀਰ ਦਾ ਸਭ ਤੋਂ ਵੱਡਾ ਦੁਸ਼ਮਣ ਫੜ ਕੇ ਦਿੱਲੀ ਲਿਜਾ ਰਿਹਾ ਹੈ, ਪਰ ਪੈਣੀਆਂ ਤੈਨੂੰ ਗਏ ਨੂੰ ਲਾਹਣਤਾਂ ਹੀ ਨੇ।
ਕੀ ਕਹੇਗਾ ਜਾ ਕੇ ਕਿ 60,000 ਦੀ ਫੌਜ ਲੈ ਕੇ 8 ਮਹੀਨੇ ਤੱਕ ਘੇਰਾ ਪਾਈ ਬੈਠਾ ਰਿਹਾ ਤੇ ਅੰਦਰ ਲੜਨ ਵਾਲੇ ਕੌਣ ਸੀ? ਆਹ 350 ਸਿੰਘ ਜਿਨ੍ਹਾਂ ਕੋਲ ਖਾਣ ਦੇ ਲਈ ਰੋਟੀ ਨਹੀਂ, ਪੀਣ ਦੇ ਲਈ ਪਾਣੀ ਨਹੀਂ, ਲੜਨ ਦੇ ਲਈ ਹਥਿਆਰ ਤੱਕ ਨਹੀਂ। ਅੱਗੋਂ ਜ਼ਕਰੀਆ ਖਾਨ ਪੁੱਛਦਾ ਹੈ ਕਿ ਫਿਰ ਕੀ ਕੀਤਾ ਜਾਵੇ? ਕਹਿੰਦਾ ਸਿੱਖਾਂ ਦੀ ਗਿਣਤੀ ਵਧਾਈ ਜਾਵੇ। ਉਸੇ ਸਮੇਂ ਇੱਕ ਹੁਕਮ ਜਾਰੀ ਕੀਤਾ ਗਿਆ, ਨਾਨਕ ਪ੍ਰਸਤਾਬਾ ਬੇਅੰਤ ਬਾ ਕਤਲ ਰਸਾਨੰਦ, ਯਾਨੀ ਕਿ ਜਿੱਥੇ ਕਿਤੇ ਵੀ ਗੁਰੂ ਨਾਨਕ ਨੂੰ ਮੰਨਣ ਵਾਲਾ ਸਿੱਖ ਦਿਖੇ ਉਸ ਨੂੰ ਕਤਲ ਕਰ ਦਿੱਤਾ ਜਾਵੇ। ਇਸ ਤੋਂ ਬਾਅਦ ਉਹ ਖੂਨੀ ਖੇਡ ਸ਼ੁਰੂ ਹੋਇਆ ਜਿਸ ਵਿੱਚ ਕੁਝ ਘੰਟਿਆਂ ਵਿੱਚ ਹੀ ਜਲਿਆਂਵਾਲਾ ਬਾਗ ਕਾਂਡ ਤੇ ਦਿੱਲੀ ਦੇ ਸਿੱਖ ਦੰਗਿਆਂ ਤੋਂ ਵੀ ਕਈ ਗੁਣਾ ਵੱਧ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਖੇਤਾਂ ਵਿੱਚ ਕੰਮ ਕਰ ਰਹੇ, ਘਰਾਂ ਵਿੱਚ ਸ਼ਾਂਤੀ ਨਾਲ ਬੈਠੇ ਸਿੱਖਾਂ ਨੂੰ ਵੀ ਫੜ ਕੇ ਕਤਲ ਕਰ ਦਿੱਤਾ ਗਿਆ। ਇੱਥੋਂ ਤੱਕ ਕਿ ਸਿੱਖ ਬੀਬੀਆਂ ਦੇ ਸਿਰ ਵੀ ਕੱਟ ਕੇ ਨੇਜਿਆਂ ਤੇ ਟੰਗ ਦਿੱਤੇ ਗਏ ਤਾਂ ਜੋ ਇਹ ਲੱਗੇ ਕਿ ਸਿੱਖ ਨੌਜਵਾਨਾਂ ਦੇ ਹੀ ਸੀਸ ਹਨ। ਇਸ ਤੋਂ ਬਾਅਦ ਇਹ ਕਾਫਲਾ ਇੱਕ ਵਾਰ ਫੇਰ ਦਿੱਲੀ ਵੱਲ ਰਵਾਨਾ ਹੋਇਆ, ਪਰ ਹੁਣ ਇਹ ਕਾਫਲਾ ਮਨੁੱਖ ਇਤਿਹਾਸ ਦੇ ਸਭ ਤੋਂ ਬੇਰਹਿਮੀ ਭਰੇ ਤੇ ਖੂਨੀ ਮੰਜ਼ਰ ਵਿੱਚ ਬਦਲ ਗਿਆ ਸੀ। ਉਸ ਕਾਫਿਲੇ ਦਾ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਸਕਰੀਨ ਤੇ ਸਿਰਫ ਤਸਵੀਰਾਂ ਉਕੇਰੀਆਂ ਜਾ ਸਕਦੀਆਂ ਹਨ, ਅਹਿਸਾਸ ਨਹੀਂ। ਤੇ ਜੇ ਤੁਸੀਂ ਉਸ ਅਹਿਸਾਸ ਨੂੰ, ਉਸ ਖੌਫਨਾਕ ਮੰਜ਼ਰ ਨੂੰ ਫੀਲ ਕਰਨਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਸੁਜੈਸਟ ਕਰੂੰਗਾ ਕਿ ਤੁਸੀਂ ਇਸ ਮਾਹੌਲ ਨੂੰ ਆਪਣੇ ਮਾਈਂਡ ਵਿੱਚ ਵਿਜ਼ੂਅਲਾਈਜ਼ ਕਰਨ ਦੀ ਕੋਸ਼ਿਸ਼ ਕਰਿਓ। ਉਸ ਸਮੇਂ ਦੀ ਫਾਰਸੀ ਅਖਬਾਰ ਆਤੇ ਦਰਬਾਰੇ ਮੌਲਾ ਵਿੱਚ ਇਸ ਕਾਫਿਲੇ ਦਾ ਡਿਟੇਲ ਵਿੱਚ ਜ਼ਿਕਰ ਮਿਲਦਾ ਹੈ। ਇਸ ਜਲੂਸ ਦੀ ਸ਼ੁਰੂਆਤ ਵਿੱਚ 3000 ਸਿੱਖਾਂ ਦੇ ਸਿਰ ਵੱਢ ਕੇ ਨੇਜਿਆਂ ਤੇ ਟੰਗੇ ਹੋਏ ਸੀ। ਉਸ ਤੋਂ ਬਾਅਦ 700 ਵੱਡੇ ਗੱਡੇ ਸਿੱਖਾਂ ਦੀਆਂ ਲਾਸ਼ਾਂ ਨਾਲ ਭਰੇ ਹੋਏ ਸੀ। ਇਸ ਦੇ ਠੀਕ ਪਿੱਛੇ 724 ਸਿੰਘਾਂ ਨੂੰ ਜੰਜੀਰਾਂ ਵਿੱਚ ਬੰਨ੍ਹ ਕੇ ਗੱਡਿਆਂ ਤੇ ਖੜਾ ਕੀਤਾ ਹੋਇਆ ਸੀ। ਉਸ ਦੇ ਪਿੱਛੇ ਬਾਬਾ ਬੰਦਾ ਸਿੰਘ ਬਹਾਦਰ ਦੇ 25 ਮੁੱਖ ਜਰਨੈਲ ਸਨ, ਜਿਨ੍ਹਾਂ ਨੂੰ ਫਰਵਰੀ ਦੇ ਠੰਡੇ ਮਹੀਨੇ ਵਿੱਚ ਸਰਹੰਦ ਤੋਂ ਦਿੱਲੀ ਤੱਕ ਨੰਗੇ ਪੈਰੀ ਨਾ ਮਾਤਰ ਕੱਪੜਿਆਂ ਵਿੱਚ ਕੋੜੇ ਵਰਸਾਉਂਦੇ ਹੋਏ ਲਿਜਾਇਆ ਜਾ ਰਿਹਾ ਸੀ। ਉਹਨਾਂ ਦੇ ਹੱਥ ਬੰਨੇ ਹੋਏ ਸੀ ਤੇ ਮੂੰਹ ਕਾਲੇ ਕੀਤੇ ਹੋਏ ਸੀ। ਇਸ ਦੇ ਪਿੱਛੇ ਘੋੜੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਪਤਨੀ ਸੁਸ਼ੀਲ ਕੌਰ ਤੇ ਉਹਨਾਂ ਦਾ 3.25 ਸਾਲ ਦਾ ਪੁੱਤਰ ਬਾਬਾ ਅਜੇ ਸਿੰਘ ਬੰਨ੍ਹ ਕੇ ਬਿਠਾਇਆ ਹੋਇਆ ਸੀ। ਨਾਲ ਹੀ ਇੱਕ ਦੂਸਰੇ ਘੋੜੇ ਤੇ ਇੱਕ ਦਾਸੀ ਬੀਬੀ ਪ੍ਰਤਾਪ ਕੌਰ ਨੂੰ ਬੰਨ੍ਹ ਕੇ ਬਿਠਾਇਆ ਹੋਇਆ ਸੀ। ਤੇ ਜਲੂਸ ਦੇ ਐਂਡ ਵਿੱਚ ਸੀ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ, ਜੋ ਹਾਰ ਕੇ ਵੀ ਨਹੀਂ ਸੀ ਹਾਰੇ। ਉਹਨਾਂ ਨੂੰ ਇੱਕ ਹਾਥੀ ਦੇ ਉੱਪਰ ਇੱਕ ਪਿੰਜਰੇ ਵਿੱਚ ਕੈਦ ਕਰਕੇ ਖੜਾ ਕੀਤਾ ਗਿਆ ਸੀ। ਮਖੌਲ ਉਡਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਸੂਹੇ ਲਾਲ ਰੰਗ ਦੀ ਸ਼ਾਹੀ ਪੋਸ਼ਾਕ ਪਹਿਨਾਈ ਗਈ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ, ਤੁਹਾਡੀ ਕਰਨੀ ਨੂੰ ਨਮਸਕਾਰ ਹੈ। ਵੈਰਾਗੀ ਤਾਂ ਹਰ ਰੋਜ਼ ਕਈ ਜੰਮਦੇ ਤੇ ਕਈ ਮਰਦੇ ਹਨ। ਜੇ ਤੁਸੀਂ ਵੀ ਵੈਰਾਗੀ ਹੀ ਰਹਿ ਜਾਂਦੇ ਤਾਂ ਤੁਹਾਨੂੰ ਕਿਸੇ ਨੇ ਨਹੀਂ ਸੀ ਪੁੱਛਣਾ। ਪਰ ਅੱਜ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਥਾਪੜਾ ਲੈ ਕੇ ਜੋ ਮਹਾਨ ਕਾਰਜ ਤੁਸੀਂ ਕਰ ਵਿਖਾਇਆ ਹੈ, ਉਸ ਤੋਂ ਬਾਅਦ ਹੁਣ ਰਹਿੰਦੀ ਦੁਨੀਆ ਤੱਕ ਤੁਹਾਡਾ ਨਾਮ ਸੁਣ ਕੇ ਸਿੱਖਾਂ ਦਾ ਸਿਰ ਫਕਰ ਨਾਲ ਉੱਚਾ ਹੁੰਦਾ ਰਹੂਗਾ। ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਕਿਸ ਤਰ੍ਹਾਂ ਦਿੱਲੀ ਲਿਜਾ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਹ ਆਪਾਂ ਇਸ ਵੀਡੀਓ ਦੇ ਸੈਕਿੰਡ ਪਾਰਟ ਵਿੱਚ ਦੇਖਾਂਗੇ। ਵੈਸੇ ਤਾਂ ਹਰ ਸ਼ਹੀਦ ਦਾ ਬਲੀਦਾਨ ਮਹਾਨ ਹੁੰਦਾ ਹੈ, ਆਪਾਂ ਉਸ ਨੂੰ ਕੰਪੇਅਰ ਨਹੀਂ ਕਰ ਸਕਦੇ, ਪਰ ਜੇ ਸਰੀਰਕ ਰੂਪ ਨਾਲ ਵੇਖਿਆ ਜਾਵੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸਿੱਖ ਕੌਮ ਦੀਆਂ ਸਭ ਤੋਂ ਦਰਦਨਾਕ ਸ਼ਹੀਦੀਆਂ ਵਿੱਚੋਂ ਇੱਕ ਹੈ, ਜਿਸ ਨੂੰ ਅਗੇਨ ਇਸ ਮੂਵੀ ਵਿੱਚ ਪਤਾ ਨਹੀਂ ਕਿਉਂ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਜਾਣਾਂਗੇ ਇਹ ਸਭ ਅਗਲੇ ਵੀਡੀਓ ਵਿੱਚ। ਆਪਣਾ ਕੀਮਤੀ ਸਮਾਂ ਸਾਡੇ ਨਾਲ ਬਿਤਾਉਣ ਲਈ ਵੀਡੀਓ ਨੂੰ ਲਾਈਕ ਕਰਕੇ ਅੱਗੇ ਦੱਬ ਕੇ ਸ਼ੇਅਰ ਕਰਨ ਲਈ, ਦੂਜਿਆਂ ਤੋਂ ਚੈਨਲ ਸਬਸਕ੍ਰਾਈਬ ਕਰਾਉਣ ਲਈ ਆਪ ਸਭ ਦਾ ਲੱਖ ਧੰਨਵਾਦ। ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।